ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੈਗੇ ਆ ਜੀ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਾਮਾ ਮਸਜਿਦ ਦੇ ਗੇਟ ਮੂਹਰੇ ਖੜੇ ਹੈਗੇ ਆ। ਪਿੱਛੇ ਤੁਸੀਂ ਦੇਖ ਸਕਦੇ ਹੋ ਬੋਰਡ ਲੱਗਾ ਹੋਇਆ ਜਾਮਾ ਮਸਜਿਦ ਜਲੰਧਰ ਰੋਡ ਹੁਸ਼ਿਆਰਪੁਰ। ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਲੰਧਰ ਰੋਡ ਤੇ ਇਹ ਜਾਮਾ ਮਸਜਿਦ ਸਥਿਤ ਹੈਗੀ ਆ ਜਿੱਥੇ ਆਪਾਂ ਇਸ ਵੇਲੇ ਹੈਗੇ ਆ। ਪਿੱਛੇ ਤੁਸੀਂ ਦੇਖ ਸਕਦੇ ਹੋ ਮੁਸਲਮਾਨ ਭਾਈਚਾਰੇ ਦੇ ਲੋਕ, ਸਾਂਝਾ ਫਰੰਟ ਵਾਲੇ ਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਵੀ ਅੰਦਰ ਹੈਗੇ। ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਮਸਲਾ ਕੀ ਹੈਗਾ ਮੈਂ ਤੁਹਾਨੂੰ ਪਹਿਲਾਂ ਮਸਲਾ ਦੱਸ ਦਿੰਦਾ। ਤੁਹਾਨੂੰ ਚੇਤਾ ਹੋਊਗਾ ਪਿਛਲੇ ਦਿਨੀ ਟਾਂਡੇ ਦੇ ਲਾਗੇ ਗਾਵਾਂ ਦੀ ਹੱਤਿਆ ਕੀਤੀ ਗਈ ਸੀਗੀ। ਗਊਆਂ ਨੂੰ ਉਹਨਾਂ ਦੀ ਵੱਢ ਟੁੱਕ ਕਰਕੇ ਗਾਵਾਂ ਦੀ ਤੇ ਇੱਧਰ ਉੱਧਰ ਉਹਨਾਂ ਦੇ ਅੰਗ ਖਿਲਾਰ ਦਿੱਤੇ ਗਏ ਸੀਗੇ। ਬੜੀ ਹੀ ਮੰਦਭਾਗੀ ਘਟਨਾ ਸੀਗੀ, ਨਿੰਦਣਯੋਗ ਘਟਨਾ ਸੀ। ਸਾਰਿਆਂ ਨੇ ਇਸ ਗੱਲ ਦੀ, ਉਸ ਘਟਨਾ ਦੀ ਨਿਖੇਧੀ ਵੀ ਕੀਤੀ, ਨਿੰਦਿਆ ਵੀ ਕੀਤੀ। ਉਸ ਤੋਂ ਬਾਅਦ ਜਿਨ੍ਹਾਂ ਨੂੰ ਲੱਗਾ ਕਿ ਸਾਡੀਆਂ ਭਾਵਨਾਵਾਂ ਹਰਟ ਹੋਈਆਂ ਨੇ ਉਹਨਾਂ ਨੇ ਜਾਮ ਵੀ ਲਾਇਆ। ਉਹਨਾਂ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਹਾਈਵੇ ਜਾਮ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ, ਪਰਚਾ ਦਰਜ ਕੀਤਾ ਗਿਆ ਔਰ ਜਿਹੜੇ ਕੁਝ ਬੰਦੇ ਸੀਗੇ ਉਹ ਪੁਲਿਸ ਨੇ ਅਰੈਸਟ ਕਰ ਲਏ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਸੀਗਾ। ਉਸ ਤੋਂ ਬਾਅਦ ਜਿਨ੍ਹਾਂ ਦੀਆਂ ਭਾਵਨਾਵਾਂ ਹਰਟ ਹੋਈਆਂ, ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੀ ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਸ਼ਿਆਰਪੁਰ ਬੰਦ ਦੀ ਕਾਲ ਦਿੱਤੀ ਗਈ। ਹੁਸ਼ਿਆਰਪੁਰ ਸ਼ਹਿਰ ਬੰਦ ਕੀਤਾ ਗਿਆ। ਉਸ ਬੰਦ ਦੇ ਦੌਰਾਨ ਕੁਝ ਲੋਕਾਂ ਦੇ ਵੱਲੋਂ ਇੱਧਰ ਅੱਗੇ ਜਾ ਕੇ ਚੌਂਕ ਹੈਗਾ ਜੀ, ਇੱਕ ਉਹਨੂੰ ਕਹਿੰਦੇ ਆ ਪ੍ਰਭਾਤ ਚੌਂਕ। ਪ੍ਰਭਾਤ ਚੌਂਕ ਦੇ ਵਿੱਚ ਇੱਕ ਮੁਸਲਮਾਨ ਸੱਜਣ ਦੀ ਦੁਕਾਨ ਵਾ। ਉਸ ਦੁਕਾਨ ਦੇ ਉੱਪਰ ਉਸ ਜਿਹੜਾ ਕਲੀਨਿਕ ਵਾਲਾ ਜਿਹੜਾ ਡਾਕਟਰ ਵਾ, ਮੁਸਲਮਾਨ ਵੀਰ ਡਾਕਟਰ, ਉਹਦੀ ਕੁੱਟਮਾਰ ਹੋਈ। ਉਹ ਮਾਮਲਾ ਪੁਲਿਸ ਦੇ ਕੋਲ ਦਰਜ ਹੋ ਗਿਆ ਹੈ। ਉਸੇ ਹੀ ਦਿਨ ਇੱਕ ਹੋਰ ਘਟਨਾ ਵਾਪਰੀ ਇਸੇ ਹੀ ਮਸਜਿਦ ਦੇ ਬਾਹਰ। ਇੱਥੇ ਇਸ ਸੜਕ ਦੇ ਉੱਪਰ ਖੜੇ ਹੋ ਕੇ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਮੁਸਲਮਾਨ ਵਿਰੋਧੀ ਨਾਅਰੇਬਾਜ਼ੀ ਕੀਤੀ। ਇੱਥੇ ਖੜੇ ਹੋ ਕੇ ਉਹਨਾਂ ਨੇ ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ ਤੋਂ ਇਲਾਵਾ ਹੋਰ ਇਸ ਕਿਸਮ ਦੀ ਨਾਅਰੇਬਾਜ਼ੀ ਕਰਦਿਆਂ ਹੋਇਆਂ ਇੱਕ ਹੋਰ ਗੱਲ ਆਖੀ ਕਿ ਇੱਥੇ ਅੱਲਾਹੂ ਅਕਬਰ ਦਾ ਨਾਅਰਾ ਜੇ ਇੱਥੋਂ ਦੇ ਇਮਾਮ ਸਾਹਿਬ ਜਿਹੜੇ ਹੈਗੇ ਨੇ ਜੇ ਗੇਟ ਤੋਂ ਬਾਹਰ ਆ ਕੇ ਲਾਉਣਗੇ ਤਾਂ ਫਿਰ ਉਹ ਜਿੱਦਾਂ ਆਪਾਂ ਪੰਜਾਬੀ 'ਚ ਕਹਿ ਲਓ ਵੀ ਆਪਣਾ ਪੜ੍ਹਿਆ ਵਿਚਾਰ ਲੈਣ। ਸੋ ਇਸ ਤਰੀਕੇ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਇਸ ਕਿਸਮ ਦੀ ਸ਼ਬਦਾਵਲੀ ਵਰਤੀ ਗਈ। ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ। ਅਸੀਂ ਆਪਣੇ ਚੈਨਲ ਦੇ ਉੱਪਰ ਉਸ ਦਿਨ ਵੀ ਗੱਲਬਾਤ ਕੀਤੀ ਸੀਗੀ। ਉਸ ਤੋਂ ਬਾਅਦ ਦਰਖਾਸਤ ਦਿੱਤੀ ਗਈ ਪ੍ਰਸ਼ਾਸਨ ਨੂੰ। ਉਹ ਮਾਮਲਾ ਪੁਲਿਸ ਦੇ ਕੋਲ ਹਾਲੇ ਵਿਚਾਰਧੀਨ ਹੈ ਪਰ ਮਾਮਲਾ ਦਰਜ ਨਹੀਂ ਕੀਤਾ ਗਿਆ ਹੈਗਾ। ਉਹ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ। ਆਓ ਆਪਾਂ ਅੰਦਰ ਗੱਲਬਾਤ ਕਰ ਲੈਂਦੇ ਹਾਂ। ਐਡਵੋਕੇਟ ਮੁਬੀਨ ਫਾਰੂਕੀ ਜੀ ਵੀ ਆਏ ਹੈਗੇ ਨੇ, ਮਲੇਰਕੋਟਲੇ ਤੋਂ ਵੀ ਕੁਝ ਹੋਰ ਮੁਸਲਮਾਨ ਵੀਰ ਆਏ ਹੈਗੇ ਆ। ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਐਡਵੋਕੇਟ ਮੁਬੀਨ ਫਾਰੂਕੀ ਜੀ ਹੈਗੇ ਨੇ। ਫਾਰੂਕੀ ਜੀ ਤੁਸੀਂ ਅੱਜ ਸਪੈਸ਼ਲ ਆਏ ਹੋ ਇੱਥੇ ਹੁਸ਼ਿਆਰਪੁਰ ਜਿੱਥੇ ਆ ਘਟਨਾ ਸਾਰੀ ਵਾਪਰੀ, ਇੱਥੇ ਬਾਹਰ ਖੜੇ ਹੋ ਕੇ ਸਾਰਾ ਕੁਛ ਦਾ ਹੋਇਆ ਸੀਗਾ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜੋ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਇਹ ਪਹਿਲਾਂ ਬਾਹਰਲੇ ਸੂਬਿਆਂ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਕੁਛ ਜਿਹੜੀਆਂ ਫਿਰਕਾ ਪ੍ਰਸਤ ਤਾਕਤਾਂ ਨੇ ਉਹ ਮਾਈਨੋਰਿਟੀਜ਼ ਦੇ ਉੱਪਰ ਜ਼ੁਲਮ ਕਰਦੀਆਂ ਨੇ, ਮਗਰ ਪੰਜਾਬ ਦੇ ਵਿੱਚ ਇਹ ਚੀਜ਼ਾਂ ਕਦੇ ਨਹੀਂ ਦੇਖਣ ਨੂੰ ਮਿਲੀਆਂ। ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਮਾਹੌਲ ਖ਼ਰਾਬ ਕਰਨ ਦੀ ਪੰਜਾਬ ਜਾਂ ਇਹ ਕੋਈ ਇਹਦੇ ਪਿੱਛੇ ਸਿਆਸਤ ਦਾ ਜਾਂ ਤਾਂ ਮੈਂ ਕਹੂੰਗਾ ਕਿਸੇ ਦਾ ਹੱਥ ਹੈ ਜਾਂ ਫਿਰ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਲਗਾਤਾਰ ਕੁਝ ਦਿਨਾਂ ਤੋਂ ਜਿਹੜੇ ਹਮਲੇ ਇਹ ਵੱਧ ਗਏ ਨੇ ਤਾਂ ਇਹ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ। ਅਸੀਂ ਇਹਦੀ ਪੁਰਜ਼ੋਰ ਮਜ਼ੰਮਤ ਕਰਦੇ ਹਾਂ ਔਰ ਜਿਹੜੇ ਬੰਦਿਆਂ ਵੱਲੋਂ ਇੱਥੇ ਆ ਕੇ ਨਾਅਰੇ ਮਾਰੇ ਗਏ ਨੇ ਬਾਹਰ, ਤੁਸੀਂ ਆਪਣੇ ਧਰਮ ਦੇ ਜੋ ਸਲੋਗਨਸ ਨੇ, ਜੋ ਨਾਅਰੇ ਨੇ ਤੁਸੀਂ ਲਗਾਓ, ਸਾਨੂੰ ਉਸ 'ਤੇ ਕੋਈ ਇਤਰਾਜ਼ ਨਹੀਂ। ਸਾਨੂੰ ਖੁਸ਼ੀ ਹੈ ਤੁਸੀਂ ਆਪਣੇ ਧਰਮ ਦੇ ਪੱਕੇ ਹੋ, ਮਗਰ ਸਾਨੂੰ ਆਬਜੈਕਸ਼ਨ ਉੱਥੇ ਹੈ ਜਿੱਥੇ ਤੁਸੀਂ ਸਾਡੇ ਧਰਮ ਬਾਰੇ ਤੁਸੀਂ ਇਹ ਗੱਲ ਕਹੋਗੇ ਕਿ ਅਸੀਂ ਅੱਲਾਹੂ ਅਕਬਰ ਨਹੀਂ ਕਹਿਣ ਦੇਣਾ। ਨਾ ਇਹ ਕਿਸੇ ਦੀ ਜ਼ਰੂਰਤ ਹੈ, ਨਾ ਕੋਈ ਰੋਕ ਸਕਦਾ। ਇਹ ਸਦੀਆਂ ਤੋਂ ਚੱਲਦਾ ਆ ਰਿਹਾ। ਜਿਹੜਾ ਅੱਲਾਹੂ ਅਕਬਰ ਦੇ ਨਾਅਰੇ ਨੇ ਇਹ 1400 ਸਾਲ ਤੋਂ ਲੱਗਦੇ ਆਏ ਨੇ, ਹਿੰਦੁਸਤਾਨ ਦੀ ਧਰਤੀ ਦੇ ਉੱਪਰ ਵੀ ਲੱਗਦੇ ਆਏ ਨੇ ਔਰ ਆਜ਼ਾਦੀ ਤੋਂ ਪਹਿਲਾਂ ਇੱਥੇ ਮੈਨੂੰ ਨਹੀਂ ਲੱਗਦਾ ਕਦੇ ਕੋਈ ਐਸੇ ਹਾਲਾਤ ਜਿਹੜੇ ਇਹਨਾਂ ਨੇ ਹੁਣ ਬਾਅਦ ਦੇ ਵਿੱਚ ਕਰਤੇ। ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡਾ ਵੀ ਮੁਸਲਮਾਨਾਂ ਦਾ ਓਨਾ ਹੀ ਜ਼ਿਆਦਾ ਯੋਗਦਾਨ ਹੈ ਜਿੰਨਾ ਹੋਰ ਕਿਸੇ ਕੌਮਾਂ ਦਾ। ਤਾਂ ਜਿਹੜੇ ਸਾਡੇ ਸ਼ਹੀਦ ਹੋਏ ਨੇ, ਸ਼ਹੀਦ ਭਗਤ ਸਿੰਘ ਜੀ, ਉਹਨਾਂ ਨੇ ਇਸ ਕਰਕੇ ਨਹੀਂ ਇਹ ਮੁਲਕ ਆਜ਼ਾਦ ਕਰਾਇਆ ਸੀ, ਸ਼ਹੀਦੀਆਂ ਦਿੱਤੀਆਂ ਸੀਗੀਆਂ ਕਿ ਕੱਲ੍ਹ ਨੂੰ ਆ ਕੇ ਇੱਕ ਧਰਮ ਦੇ ਲੋਕ ਇਹ ਕਹਿਣਗੇ ਅਸੀਂ ਦੂਸਰੇ ਨੂੰ ਉੱਥੇ ਨਮਾਜ਼ ਨਹੀਂ ਅਦਾ ਕਰਨ ਦੇਣੀ ਜਾਂ ਅਸੀਂ ਅੱਲਾਹੂ ਅਕਬਰ ਨਹੀਂ ਕਹਿਣ ਦੇਣਾ। ਅੱਲਾ ਦਾ ਨਾਮ ਤਾਂ अव्वल अल्लाह नूर उपाया कुदरत के सब बंदे एक नूर से सब जग उपजिया कौन भले को मंदे। ये तो गुरबाणी दे विच भी है। तुसी रब दा जिहड़ा नाम है वो तो साझा है, सारियां दा साझा, क्योंकि रहमत वाला नाम। तुसी अगर आके इत्थे नारे मारोगे, अगर कहोगे असी नाम नहीं लैन देना तो असी
इस चीज़ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਅੱਜ ਅਸੀਂ ਇੱਥੇ ਖੜੇ ਹਾਂ, ਨਾਰੇ ਵੀ ਲਗਾਏ ਨੇ, ਹੁਣ ਵੀ ਨਾਰੇ ਲਾਉਂਗਾ। ਤੇ ਨਾਰੇ ਤਕਬੀਰ ਅੱਲਾਹੁ ਅਕਬਰ ਇਹ ਹੁਣ ਵੀ ਨਾਰਾ ਲਾਉਂਗਾ ਮਰਦੇ ਦਮ ਤੱਕ। ਹਰ ਮੁਸਲਮਾਨ ਦਾ ਇਹ ख्वाब ਹੈ ਕਿ ਮੇਰੇ ਜ਼ੁਬਾਨ ਤੇ ਮਰਨ ਵੇਲੇ ਲਾਸਟ ਟਾਈਮ ਜਿਹੜੇ ਮੇਰੇ ਆਖਰੀ ਅਲਫਾਜ਼ ਹੋਣ ਅੱਲਾ ਦਾ ਨਾਮ ਹੋਵੇ, ਕਲਮਾ ਹੋਵੇ, ਲਾ ਇਲਾਹਾ ਇल्लल्लाह ਮੁਹੰਮਦ ਰਸੂਲ ਅੱਲਾ। ਇਹ ਸਾਡੇ ਆਖਰੀ ਇਹ ਜਿਹੜੇ ਸ਼ਬਦ ਹੋਣ, ਸਾਨੂੰ ਇਹ ਹਰ ਮੁਸਲਮਾਨ ਦਾ ख्वाब ਹੁੰਦਾ। ਇਹ ਤਾਂ ਤੁਸੀਂ ਭੁੱਲ ਜਾਓ ਕਿ ਤੁਸੀਂ ਕਿਸੇ ਨੂੰ ਇਹ ਚੀਜ਼ ਤੇ ਡਰਾ ਲਓਗੇ ਜਾਂ ਕਿਸੇ ਨੂੰ ਕੋਈ ਉਹ ਕਰ ਲਓਗੇ। ਤਾਂ ਜਿਹੜੀ ਗੱਲ ਹੈ ਕਾਨੂੰਨ ਦੀ, ਕਾਨੂੰਨ ਨੇ ਅਗਰ ਸਾਨੂੰ ਇਜਾਜ਼ਤ ਦਿੱਤੀ ਹੈ ਕਿ ਆਰਟੀਕਲ 25 ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਦਾ, ਕਿ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ, ਪ੍ਰੋਪੋਗੇਟ ਕਰ ਸਕਦੇ ਹਾਂ, ਉਹਦੇ ਮੁਤਾਬਕ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਤਾਂ ਅਗਰ ਕੋਈ ਉਹਦੇ 'ਚ ਇੰਟਰਫੇਅਰ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਗੱਲ ਹੈ। ਉਹਦੇ ਵਾਸਤੇ ਸਪੈਸ਼ਲ IPC ਦੀਆਂ ਧਾਰਾਵਾਂ ਨੇ ਜਿਨ੍ਹਾਂ ਦੇ ਤਹਿਤ ਉਹਨਾਂ ਦੇ ਖਿਲਾਫ, ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਸੀ। ਮੈਂ ਇਸ ਗੱਲ ਦੇ ਉੱਪਰ ਹੈਰਾਨ ਹਾਂ, ਇੱਥੇ ਦੇ SSP ਸਾਹਿਬ ਦੇ ਉੱਪਰ ਮੈਂ ਇਸ ਗੱਲ ਤੇ ਹੈਰਾਨ ਹਾਂ ਕਿ ਇਹਨਾਂ ਨੂੰ ਤਾਂ ਆਪ ਐਕਸ਼ਨ ਲੈਣਾ ਚਾਹੀਦਾ ਸੀ। ਸੂਓ ਮੋਟੋ ਆਪ ਦੇਖਦੇ ਕਿ ਕੀ ਮਾਹੌਲ ख़राब ਹੋ ਰਿਹਾ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ख़राब ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, खुद परचा देना चाहिए सी। मगर अफसोस, बेहद अफसोस की गल है कि इन्ने दिन बीत जान दे मगरों, कंप्लेंट देन दे इन्ने दिन बीत जान दे मगरों भी इन्हां वल्लों कोई परचा हले तक नहीं दर्ज किया गया इस मामले दे विच। बिल्कुल इन्हां ने साडियां धार्मिक भावनावां नूं आहत कीता। असीं किसी दे धर्म ते कोई ऑब्जैक्शन ना कदे कीता ना करांगे, मगर असीं ये भी चाहुंदे हां कि साडी भी जो कानून प्रोटैक्शन सानूं मिली हुई है कानून के तहत, सानू भी वो प्रोवाइड कराई जाए प्रशासन के वलों। जो लोगों ने इत्थे आके नारेबाजी की है और धमकियां दित्तियां ने, तो उन्होंने लोगों के खिलाफ इमीडिएटली परचा दर्ज करके उन्होंने अंदर किया जाए। एक जो डॉक्टर इत्थे सीगा लड़का शाहिद, उन्होंने उपर जो अटैक होया वो भी हले तक मैनू पता लग्या कि एक बंदा जो गिरफ्तार से पहले दिन का उही अरेस्ट है। उस तो इलावा होर बंदियां नूं इन्होंने अरेस्ट नहीं किया। वो क्यों छड्डे हुए ने भी वो होर गुंडागर्दी करन, होर फसाद फैलाउण। अगर कल नूं ये बंदियां ने कोई ऐसा इत्थे माहौल इत्थे खराब करने की कोशिश की जिवें पहलां इन्हां ने नारे लाए ने इत्थे आके और भड़काया माहौल, अगर कोई दो धर्मां दे विच कल नूं इन्हां ने तनाज़ा होर पैदा करने की कोशिश की उही शरारती अंसरां ने, तां इहदे जिम्मेदार कौन होऊगा? ਉਹਦੇ ਜ਼ਿੰਮੇਦਾਰ ਹੋਣਗੇ ਇੱਥੇ ਦੇ ਮਾਨਯੋਗ SSP ਸਾਹਿਬ। ਅੱਛਾ, ਤੁਹਾਡੀ ਜਾਂ ਤੁਹਾਡੇ ਕਿਸੇ ਹੋਰ ਆਗੂ ਦੀ SSP ਦੇ ਨਾਲ ਗੱਲ ਹੋਈ ਹੈ ਜਾਂ ਕਿਸੇ ਹੋਰ ਅਫਸਰ ਦੇ ਨਾਲ ਗੱਲ ਹੋਈ ਹੈ? ਦੇਖੋ, ਇੱਥੋਂ ਕੁਝ ਸਾਡੇ ਜਰਨਲਿਸਟ ਜਿਹੜੇ ਬ੍ਰਦਰ ਨੇ ਕਾਸ਼ਿਫ ਫਾਰੂਕੀ ਜੀ, ਉਹਨਾਂ ਵੱਲੋਂ ਵੀ ਉਹਨਾਂ ਨੂੰ ਕਈ ਵਾਰ फ़ोन ਕੀਤਾ ਗਿਆ, ਮਗਰ ਉਹਨਾਂ ਨੇ फ़ोन ਪਿਕ ਨਹੀਂ ਕੀਤਾ। ਤਾਂ ਜਿਹੜੇ ਸਾਡੇ ਸ਼ਾਹੀ ਇਮਾਮ ਜੀ ਨੇ, ਮੌਲਾਨਾ ਉਸਮਾਨ ਰਹਿਮਾਨੀ ਜੀ, ਤਾਂ ਉਹਨਾਂ ਵੱਲੋਂ ਵੀ ਆਈ ਥਿੰਕ ਉਹਨਾਂ ਨਾਲ ਗੱਲ ਕੀਤੀ ਗਈ ਹੈ, ਟਰਾਈ ਕੀਤਾ ਗਿਆ ਸੀ फ़ोन, बट मगर हले तक अगर जे नहीं कोई परचा दर्ज होया या लीगल एक्शन नहीं होया, वो ਜਿਹੜੇ ਪੁਰਾਣੇ ਜਿਨ੍ਹਾਂ ਦੇ ਖਿਲਾਫ 8 ਬੰਦਿਆਂ ਦੇ ਪਰਚਾ ਦਰਜ ਹੋ ਚੁੱਕਿਆ FIR ਨੰਬਰ 64452 ਦੇ ਅੰਡਰ, ਤਾਂ ਉਹਦੇ ਵਿੱਚ ਵੀ ਅਗਰ ਜੇ ਪੂਰੇ ਬੰਦੇ ਨਹੀਂ ਗ੍ਰਿਫਤਾਰ ਹੋਏ, ਕਿਉਂ ਨਹੀਂ ਹੋਏ, ਔਰ ਜਿਹੜੀ ਅਸੀਂ ਕੰਪਲੇਂਟ ਦਿੱਤੀ ਹੈ ਇੱਥੇ, ਤਾਂ ਇਹਦੇ ਉੱਪਰ ਹਾਲੇ ਤੱਕ ਜਿਹੜੀ ਕਾਰਵਾਈ ਨਹੀਂ ਹੋਈ, ਪਰਚਾ ਨਹੀਂ ਦਰਜ ਹੋਇਆ, ਤਾਂ ਮੈਂ ਉਹ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਉਹ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਨੇ, ਵੀ ਇਹਨਾਂ ਤਾਕਤਾਂ ਨੂੰ ਹੋਰ ਸ਼ਹਿ ਦੇਣ ਵਾਸਤੇ ਕਿ ਤੁਸੀਂ ਹੁਣ ਮਸਜਿਦ ਤੱਕ ਪਹੁੰਚ ਗਏ ਕਿ ਹੁਣ ਇਹ ਮਸਜਿਦਾਂ ਦੇ ਅੰਦਰ ਵੜ ਕੇ ਯਾਨੀ ਕਿ ਸਾਡੇ ਉੱਪਰ ਹਮਲੇ ਕਰਨ। ਇਹ ਪੰਜਾਬ ਦੇ ਵਿੱਚ ਨਹੀਂ ਇਹ ਕੰਮ ਚੱਲਣਾ ਹੈਗਾ, ਠੀਕ ਹੈ। ਪੰਜਾਬ 'ਚ ਸਾਨੂੰ ਮਾਣ ਹੈ ਸਾਡੇ ਸਿੱਖ ਭਰਾਵਾਂ ਦੇ ਉੱਪਰ, ਸਾਨੂੰ ਹੋਰ ਸਾਡੇ ਜਿਹੜੇ ਦਲਿਤ ਭਰਾ ਨੇ ਜਾਂ ਹੋਰ ਜਿਹੜੇ ਮਾਈਨੋਰਟੀਜ਼ ਦੇ ਵਿੱਚ ਇੱਥੇ, ਉਹ ਸਾਰੇ ਸਾਨੂੰ ਮਾਣ ਹੈ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਆ ਕੇ ਇਮੀਡੀਏਟਲੀ ਉਸ ਦਿਨ ਵੀ ਆ ਕੇ ਇੱਥੇ ਸਾਡੇ ਨਾਲ ਖੜੇ। ਇੱਥੇ ਦੇ ਮੁਸਲਿਮ ਭਾਈਚਾਰਾ ਜਿਹੜਾ ਘੱਟ ਗਿਣਤੀ ਦੇ ਵਿੱਚ, ਉਹਨਾਂ ਨੂੰ ਸੁਰੱਖਿਆ ਦਿੱਤੀ ਉਹਨਾਂ ਨੇ, ਔਰ ਉਹਨਾਂ ਦੇ ਖਿਲਾਫ ਕਾਰਵਾਈ ਕਰਵਾਉਣ ਵਾਸਤੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਕਰਵਾਉਣ ਵਾਸਤੇ ਵੀ ਉਹ SSP ਸਾਹਿਬ ਤੱਕ ਗਏ, ਔਰ ਇੱਥੇ ਪ੍ਰੋਟੈਸਟ ਵੀ ਉਹਨਾਂ ਨੇ ਉਲੀਕੇ ਸੀਗੇ। ਪਰ ਗੱਲ ਇਹ ਵੀ ਜੇ ਹੁਣ ਪਰਚਾ ਨਹੀਂ ਦਰਜ ਹੁੰਦਾ ਤਾਂ ਫਿਰ ਕੀ ਸੋਚਦੇ ਹੋ ਵੀ ਅੱਗੇ ਕੀ ਕਰੋਗੇ? ਦੇਖੋ, ਜੋ ਸਾਡਾ ਕਾਨੂੰਨੀ ਅਧਿਕਾਰ ਹੈ, ਅਸੀਂ ਪ੍ਰੋਟੈਸਟ ਕਰ ਸਕਦੇ ਹਾਂ, ਹਾਂਜੀ, ਠੀਕ ਹੈ। ਅਸੀਂ ਉਹਦੇ ਬਾਰੇ ਅਗਰ ਨਹੀਂ ਪਰਚਾ ਦਰਜ ਕਰਦੇ ਤਾਂ ਅਸੀਂ ਪ੍ਰੋਟੈਸਟ ਵੀ ਕਰਾਂਗੇ। ਜੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਿਲਣਾ ਪਿਆ ਉੱਥੇ ਵੀ ਜਾਵਾਂਗੇ। ਮਲੇਰਕੋਟਲਾ ਘੱਟੋ ਘੱਟ ਜਿੱਥੇ ਮੁਸਲਿਮ ਮੈਜੋਰਿਟੀ ਸ਼ਹਿਰ ਹੈ ਉਹ, ਤਾਂ ਉੱਥੇ ਤਾਂ ਘੱਟੋ ਘੱਟ ਅਸੀਂ ਉੱਥੇ ਪ੍ਰੋਟੈਸਟ ਕਰਕੇ ਇੱਕ ਆਵਾਜ਼ ਜ਼ਰੂਰ ਅਸੀਂ ਚੱਕ ਸਕਦੇ ਹਾਂ। ਅਗਰ ਇਹ ਪਰਚਾ ਨਹੀਂ ਦਰਜ ਕਰਦੇ ਤਾਂ ਇਹ ਗੱਲ ਅੱਗੇ ਦੀ ਅੱਗੇ ਅਸੀਂ ਇਹ ਪਿੱਛੇ ਨਹੀਂ ਹਟਦੇ ਇਨਸ਼ਾਅੱਲਾ। ਅਸੀਂ ਜਦ ਤੱਕ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਔਰ ਇਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਨਹੀਂ ਸੁੱਟਿਆ ਜਾਂਦਾ, ਅਸੀਂ ਨਹੀਂ ਟਿੱਕੇ ਬੈਠਦੇ। ਕਿਉਂਕਿ ਅੱਜ ਅਗਰ ਹੁਸ਼ਿਆਰਪੁਰ ਦੇ ਵਿੱਚ ਹੋਇਆ, ਕੱਲ੍ਹ ਨੂੰ ਇਹਦਾ ਮਤਲਬ ਹੈ ਪ੍ਰਸ਼ਾਸਨ ਇੰਤਜ਼ਾਰ ਕਰ ਰਿਹਾ ਵੀ ਐਸੀਆਂ ਜਿਹੜੀਆਂ ਫਿਰਕਾ ਪ੍ਰਸਤ ਤਾਕਤਾਂ ਨੇ ਵੀ ਉਹ ਕੱਲ੍ਹ ਨੂੰ ਕਿਤੇ ਹੋਰ ਸਿਰ ਚੁੱਕਣ, ਜਿੱਥੇ ਮਾਈਨੋਰਿਟੀ ਦੇ ਵਿੱਚ ਬੰਦੇ ਬੈਠੇ ਨੇ, ਚਾਹੇ ਕਿਸੇ ਵੀ ਧਰਮ ਦੇ ਹੋਣ, ਵੀ ਉਹਨਾਂ ਦੇ ਉੱਪਰ ਜਿਹੜੀਆਂ ਗੱਲ नेकी और बदी दी है, अच्छाई और बुराई दी है। अगर कोई बंदा आके इत्थे शरेआम ही देखो किसी धार्मिक स्थान के सामने खड़ के ललकारे मारूगा और उन्होंने कहूगा कि मैं फलां
ਬੰਦੇ ਹੋ ਵੀ ਤੁਹਾਨੂੰ ਅਸੀਂ ਤੁਹਾਡੇ ਰੱਬ ਦਾ ਨਾਮ ਨਹੀਂ ਲੈਣ ਦੇਣਾ। ਇਸ ਤੋਂ ਪਿੱਛੇ ਰਹਿ ਕੀ ਗਿਆ ਕਾਰਵਾਈ ਨੂੰ, ਹੋਰ ਕੀ ਰਹਿ ਗਿਆ? ਤੁਸੀਂ ਮੈਜੋਰਿਟੀ ਨਾ ਦੇਖੋ ਵੀ ਇੱਥੇ ਵੀ ਹਾਂਜੀ ਕੋਈ ਹੋਰ ਵੀ ਉਹਨਾਂ ਨੂੰ ਪੋਲੀਟੀਕਲ ਸ਼ੈਲਟਰ ਮਿਲੀ ਹੋਈ ਹੈ ਜਾਂ ਕਿਸੇ ਕਿਹੜੀ ਪਾਰਟੀ ਦੇ ਬੰਦੇ ਨੇ ਜਾਂ ਕਿਹੜੇ ਗਰੁੱਪ ਦੇ ਬੰਦੇ ਨੇ, ਇਹ ਚੀਜ਼ ਨਾ ਦੇਖੋ। ਇਹਦੇ ਵਿੱਚ ਜੋ ਕਾਨੂੰਨ ਕਹਿੰਦਾ, ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਾਨੂੰਨ ਨੂੰ ਪ੍ਰੋਟੈਕਟ ਕਰਨਾ, ਇੱਥੇ ਦੇ ਆਫੀਸਰ ਐਸਐਸਪੀ ਸਾਹਿਬ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ। ਅਗਰ ਤੁਸੀਂ ਨਹੀਂ ਕਾਰਵਾਈ ਕਰੋਗੇ ਤਾਂ ਸਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਏਗਾ ਕਿ ਤੁਸੀਂ ਦੋਸ਼ੀਆਂ ਦਾ ਸਾਥ ਦੇ ਰਹੇ ਹੋ, ਤੁਸੀਂ ਦੋਸ਼ੀਆਂ ਦੇ ਨਾਲ ਮਿਲੇ ਹੋਏ ਹੋ। ਔਰ ਸਾਨੂੰ ਇਹ ਲੜਾਈ, ਚਾਹੇ ਸਾਰਾ ਮੁਸਲਿਮ ਭਾਈਚਾਰਾ ਪੰਜਾਬ ਦਾ ਵੀ, ਸਾਡੇ ਸਿੱਖ ਵੀਰ ਵੀ, ਅਸੀਂ ਸਾਰੇ ਇਕੱਠੇ ਹੋ ਕੇ ਫਿਰ ਇਹ ਪੰਜਾਬ ਲੈਵਲ ਦੇ ਉੱਪਰ ਫਿਰ ਇਹ ਅਸੀਂ ਨਾਲੇ ਐਸਐਸਪੀ ਸਾਹਿਬ ਫਿਰ ਇਹਦਾ ਜਵਾਬਦੇਹੀ ਫਿਰ ਤੁਹਾਡੀ ਸੀਐਮ ਸਾਹਿਬ ਦੇ ਸਾਹਮਣੇ ਜ਼ਰੂਰ ਹੋਊਗੀ। ਫਾਰੂਕੀ ਜੀ, ਆਪਾਂ ਵੇਖਿਆ ਕਿ ਜਦੋਂ ਪੰਜਾਬ ਦੇ ਵਿੱਚ ਜਿਹੜੀ ਹੁਣ ਨਵੀਂ ਸਰਕਾਰ ਬਣੀ ਹੈ, ਇਸ ਤੋਂ ਪਹਿਲਾਂ ਵੀ ਪੂਰੇ ਭਾਰਤ ਵਿੱਚ ਤੁਸੀਂ ਦੇਖੋ ਕਿੱਦਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹੀਆਂ। ਧੱਕੇ ਨਾਲ ਬੋਲ ਜੈ ਸ਼੍ਰੀ ਰਾਮ, ਜੇ ਬੋਲਿਆ ਤਾਂ ਵੀ ਕੁੱਟਿਆ, ਜੇ ਨਹੀਂ ਬੋਲਿਆ ਤਾਂ ਵੀ ਕੁੱਟਿਆ, ਜਾਨ ਤੋਂ ਵੀ ਕਈਆਂ ਨੂੰ ਮਾਰ ਦਿੱਤਾ ਗਿਆ। ਹੁਣ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਹੈ, ਹੈ ਨਾ ਜੀ। ਨਵੀਂ ਸਰਕਾਰ ਜਿੱਦਣ ਬਣੀ ਹੈਗੀ ਆ, ਉਹ ਤੋਂ ਅਗਲੇ ਦਿਨ ਹੀ ਜਾਂ ਉਦਣ ਹੀ ਇੱਥੇ ਆਹ ਘਟਨਾਵਾਂ ਵਾਪਰ ਰਹੀਆਂ ਨੇ। ਨਵੀਂ ਸਰਕਾਰ ਨੂੰ ਵੀ ਕੁਝ ਕਹਿਣਾ ਚਾਹੁੰਦੇ ਹੋ? ਭਗਵੰਤ ਮਾਨ ਨੂੰ ਕੁਝ ਕਹਿਣਾ ਚਾਹੁੰਦੇ ਹੋ? ਕੇਜਰੀਵਾਲ ਨੂੰ ਕੁਝ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਵੀ ਹੋ ਸਕਦਾ, ਪਰ ਦੋਨੇ ਪਹਿਲੂਆਂ ਦੇ ਉੱਪਰ ਹੀ ਦੇਖੋ ਵੀ ਕੋਈ ਵੀ ਸਰਕਾਰ, ਮੇਰਾ ਦੇਖੋ ਆਪਣਾ ਓਪੀਨੀਅਨ ਹੋ ਸਕਦਾ, ਮੇਰੇ ਖਿਆਲ ਨਾਲ ਜਿਹੜੀ ਕੋਈ ਨਵੀਂ ਸਰਕਾਰ ਬਣਦੀ ਹੈ ਉਹ ਨਹੀਂ ਚਾਹੁੰਦੀ ਕਿ ਸਾਡਾ ਵੀ ਸ਼ੁਰੂਆਤ ਹੀ ਇਸ ਤਰੀਕੇ ਦੇ ਨਾਲ ਹੋਵੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹੋ ਜਿਹੀ ਹੋ ਜਾਵੇ। ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਨਾ ਕਿ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਡਿਫੀਟ ਹੋਈਆਂ ਨੇ, ਤਾਂ ਉਹ ਵੀ ਉਹਨਾਂ ਦੀ ਵੀ ਸਾਜ਼ਿਸ਼ ਹੋ ਸਕਦੀ ਹੈ ਕਿ ਉਹ ਜਾਣਬੁੱਝ ਕੇ ਬਦਨਾਮ ਕਰਨ ਦੇ ਮਾਰੇ। ਇਹ ਤਾਂ ਮਗਰ ਪਤਾ ਤਾਂ ਚੱਲੂਗਾ ਜੇ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ। ਜੇ ਕਾਰਵਾਈ ਨਹੀਂ ਹੋਈ ਫਿਰ ਸਾਨੂੰ ਸੋਚਣ ਲਈ ਮਜਬੂਰ ਹੋਣਾ। ਕਾਰਵਾਈ ਤਾਂ ਨਹੀਂ ਹੋ, ਜੇ ਮੰਨ ਲਓ ਵਿਰੋਧੀ ਪਾਰਟੀਆਂ ਨੇ ਵੀ ਇਹ ਸਾਰਾ ਕੁਝ ਸ਼ਾਇਦ ਇੱਕ ਕਰਵਾਇਆ ਹੋਊਗਾ ਤਾਂ ਫਿਰ ਇਹਨਾਂ ਨੂੰ ਸਗੋਂ ਚਾਹੀਦਾ ਸੀਗਾ ਵੀ ਕਾਰਵਾਈ ਕਰਵਾਉਣ ਦੀ ਨਵੀਂ ਸਰਕਾਰ ਦੀਆਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਕਿ ਇਹਦੇ ਵਿੱਚ ਬਿਲਕੁਲ ਨੋਟਿਸ ਲਿਆ ਜਾਵੇ, ਬਲਕਿ ਇਹਦੀ ਜਾਂਚ ਹੈ ਜਿਹੜੀ ਇੱਥੋਂ ਹੁਸ਼ਿਆਰਪੁਰ ਤੋਂ ਵੀ ਛੱਡ ਕੇ ਇਹ ਡੀਜੀਪੀ ਲਾਅ ਐਂਡ ਆਰਡਰ ਦੀ ਇੱਥੇ ਡਿਊਟੀ ਲਾਈ ਜਾਵੇ ਕਿ ਜੋ ਇੱਥੇ ਘਟਨਾ ਹੋਈ ਹੈ, ਤਾਂ ਕਿ ਅੱਗੇ ਸੂਬੇ ਦੇ ਵਿੱਚ ਕਿਤੇ ਕੋਈ ਐਸਾ ਜੋ ਇਹਨਾਂ ਨੇ ਹਰਕਤ ਕੀਤੀ ਹੈ ਐਸੀ ਕੋਈ ਹਰਕਤ ਨਾ ਕਰਨ ਇਹ। ਇਸ ਲਈ ਅਸੀਂ ਇਹੀ ਗੁਜ਼ਾਰਿਸ਼ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿ ਇਮੀਡੀਏਟਲੀ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਕੇ, ਜਿਹੜਾ ਇਹਨਾਂ ਨੇ ਮਸਜਿਦ ਦੇ ਸਾਹਮਣੇ ਖੜ੍ਹ ਕੇ ਲਲਕਾਰੇ ਮਾਰੇ ਨੇ, ਪਰਚਾ ਦਰਜ ਕਰਕੇ ਇਹਨਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਤਾਂ ਕਿ ਸਾਰੇ ਲੋਕਾਂ ਦਾ, ਸਾਰੇ ਜਿਹੜੇ ਲੋਕ ਇੱਥੇ ਦੇ ਬਸ਼ਿੰਦੇ ਨੇ ਪੰਜਾਬ ਦੇ, ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਚੰਗੀ ਕੋਈ ਸਰਕਾਰ ਬਣਾਈ ਹੈ ਔਰ ਇੱਥੇ ਅਸੀਂ ਹਿਫਾਜ਼ਤ ਦੇ ਵਿੱਚ ਰਹਿ ਸਕਦੇ ਹਾਂ। ਜਿਹੜੇ ਲੋਕ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਨੇ, ਸ਼ਰੇਆਮ ਜਿਨ੍ਹਾਂ ਦੀ ਵੀਡੀਓਜ਼ ਹੀ ਆ ਗਈਆਂ, ਜਿਹੜੇ ਲਲਕਾਰੇ ਮਾਰਦੇ ਨੇ ਬਾਹਰ ਖੜ੍ਹ ਕੇ, ਉਹਨਾਂ ਨੂੰ ਤਾਂ ਬਖਸ਼ਣ ਦਾ ਕੋਈ ਤੁਕ ਹੀ ਨਹੀਂ ਬਣਦੀ ਹੈ। ਜੇ ਉਹਨਾਂ ਨੂੰ ਬਖਸ਼ਿਆ ਜਾਂਦਾ ਫਿਰ ਲੋਕਾਂ ਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਅਸੁਰੱਖਿਆ ਦਾ ਕਿ ਹਾਂ ਵੀ ਅਸੀਂ ਸੁਰੱਖਿਅਤ ਨਹੀਂ ਹੈਗੇ, ਇਸ ਤਰੀਕੇ ਦੀ ਕੋਈ ਭਾਵਨਾ ਨਾ ਜਾਵੇ। ਇਸ ਲਈ ਇਹ ਬਿਲਕੁਲ ਚਾਹੀਦਾ ਕਿ ਇਹਨਾਂ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਹੋਵੇ ਔਰ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ। ਵਾਕਈ ਕਿਉਂਕਿ ਸਾਹਮਣੇ ਸਾਰਾ ਕੁਝ ਹੈਗਾ, ਵੀਡੀਓ ਵਾਇਰਲ ਹੋ ਚੁੱਕੀ ਆ, ਸਾਰਿਆਂ ਦੇ ਚਿਹਰੇ ਨਜ਼ਰ ਆ ਰਹੇ ਹੈਗੇ ਔਰ ਬੋਲ ਕੀ ਰਹੇ ਹੈਗੇ ਉਹ ਵੀ ਸਾਰਾ ਕੁਝ ਦਿਸ ਰਿਹਾ। ਨੋਬਲਜੀਤ ਸਿੰਘ ਜੀ, ਤੁਸੀਂ ਉਦਣ ਵੀ ਇੱਥੇ ਹੀ ਸੀਗੇ ਆ ਪਿਛਲੇ ਦਿਨੀ ਜਿੱਦਣ ਦਰਖਾਸਤ ਦਿੱਤੀ ਗਈ ਹੈਗੀ ਆ, ਹਾਲੇ ਤੱਕ ਕਾਰਵਾਈ ਨਹੀਂ ਹੋਈ, ਕਈ ਦਿਨ ਬੀਤ ਚੁੱਕਿਆ। ਤੁਹਾਡੇ ਦਿਮਾਗ 'ਚ ਕੀ ਚੱਲਦਾ ਪਿਆ? ਦੇਖੋ, ਮੇਰੇ ਦਿਮਾਗ 'ਚ ਸਿੱਧੀ ਸਪਸ਼ਟ ਗੱਲ ਆ ਵੀ ਜਿਹੜੇ ਇੱਥੇ ਦੇ ਐਸਐਸਪੀ ਹੈਗੇ ਆ, ਉਹ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਤਾਕਤ ਦੇ ਰਹੇ ਆ। ਕਿਉਂਕਿ ਜਦੋਂ ਅਸੀਂ ਪਹਿਲਾਂ ਵੀ ਇੱਕ ਕਿਸੇ ਮਸਲੇ ਦੇ ਵਿੱਚ ਉਹਨਾਂ ਨੂੰ ਮਿਲਣ ਗਏ ਆ 4-5 ਜਾਣੇ, ਤੇ ਉਹਨਾਂ ਨੇ ਉੱਥੇ ਹਿਜਾਬ ਦੀ ਗੱਲ ਸ਼ੁਰੂ ਕਰਤੀ, ਤੇ ਉਹਨਾਂ ਨੇ ਜਿਹੜਾ ਉਹਨਾਂ ਦੇ ਅੰਦਰ ਜਿਹੜਾ ਇੱਕ ਪੱਖਪਾਤੀ ਰਵੱਈਆ ਸੀਗਾ ਉਹਨਾਂ ਨੇ ਉੱਥੇ ਖੁੱਲ੍ਹ ਕੇ ਜ਼ਾਹਰ ਕੀਤਾ। ਪਰ ਜਦੋਂ ਉਹਨਾਂ ਨੂੰ ਅਸੀਂ ਗੱਲ ਕਹਿਣੀ ਚਾਹੀ ਤੇ ਉਹਨਾਂ ਨੇ ਗੱਲ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ। ਤੇ ਜਿੱਦਾਂ ਅੱਜ ਜਿਹੜੇ ਸ਼ਾਹੀ ਇਮਾਮ ਲੁਧਿਆਣਵੀ ਜੀ ਆ, ਉਹਨਾਂ ਨੇ ਵੀ ਇਹ ਉਹਨਾਂ ਦੀ ਗੱਲ ਦੱਸੀ ਵੀ ਜੋ ਉਹਨਾਂ ਨੇ ਲੁਧਿਆਣੇ ਕੀਤਾ ਸੀਗਾ। ਇਸ ਕਰਕੇ ਜਿਹੜੇ ਇੱਥੇ ਦੇ ਐਸਐਸਪੀ ਹੈਗੇ ਆ ਉਹਨਾਂ ਨੂੰ ਤੁਰੰਤ ਇੱਥੋਂ ਹਟਾਉਣਾ ਚਾਹੀਦਾ ਆ। ਤੇ ਇਹ ਜੋ ਇੱਥੇ 2-3 ਦਿਨ ਹੋ ਗਏ ਆ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ, ਸਿਰਫ ਇੱਕ ਬੰਦਾ ਅਰੈਸਟ ਕੀਤਾ, ਤੁਰੰਤ ਬੰਦੇ ਅਰੈਸਟ ਕਰਨੇ ਚਾਹੀਦੇ ਆ। ਜਿੱਦਾਂ ਇੱਕ ਮਿੰਟ ਸਾਰੀ ਗੱਲ ਜਿਹੜੀ ਆ ਉਹ ਖੋਲ ਕੇ ਰੱਖਤੀ ਆ, ਉਹ ਕਲੀਅਰ ਕਰਤਾ ਆ। ਤੁਹਾਡੇ ਕੋਲ ਮੈਨੂੰ ਲੱਗਦਾ ਇੱਕ ਅੱਧੀ ਗੱਲ ਕਰਨ ਵਿੱਚ ਹੋਰ ਵਾਧਾ ਹੋ ਜਾਊਗਾ। ਮੇਰੇ ਨਾਲ ਇੱਕ ਵੀਰ ਹੈਗੇ ਨੇ ਸਰਦਾਰ ਕਰਨੈਲ ਸਿੰਘ ਲਵਲੀ, ਸਾਂਝੇ ਫਰੰਟ ਵਾਲੇ। ਤੁਸੀਂ ਅੱਜ ਐਸਐਸਪੀ ਸਾਹਿਬ ਨੂੰ ਮੈਨੂੰ ਪਤਾ ਲੱਗਾ ਮਿਲ ਕੇ ਆਏ ਸੀਗੇ, ਕੀ ਕਹਿੰਦੇ ਹੋ? ਦੇਖੋ, ਐਸਐਸਪੀ ਸਾਹਿਬ ਨੂੰ ਜਦੋਂ ਮਿਲੇ ਆ ਉਹਨਾਂ ਦੇ ਮਨ 'ਚ ਨਾ 1-2 ਡਾਊਟ ਸੀਗੇ। ਜਿਹੜੀ ਇਹ ਘਟਨਾ ਹੋਈ ਆ, ਉਹ ਜਿਹੜੀ ਵੀਡੀਓ ਕਲਿੱਪ ਵਾ ਸੀਸੀਟੀਵੀ ਵੀਡੀਓ ਕਲਿੱਪ, ਉਹਨਾਂ ਨੇ ਐਸਐਸਪੀ ਸਾਹਿਬ ਨੇ ਸਾਨੂੰ ਇਹ ਦੱਸਿਆ ਵੀ ਜਿਹੜੇ ਇਹ ਸੰਗਠਨ ਆ, ਹਿੰਦੂਤਵੀ ਸੰਗਠਨ ਮਿਲਣਗੇ ਆ ਉਹਨਾਂ ਨੂੰ, ਐਸਐਸਪੀ ਸਾਹਿਬ ਨੂੰ, ਉੱਥੇ ਉਹਨਾਂ ਨੂੰ ਬਿਲਕੁਲ ਰੋਂਗ ਇਨਫੋਰਮੇਸ਼ਨ ਦੇ ਕੇ ਆਏ ਆ ਵੀ ਜਿਹੜਾ ਅਸੀਂ ਜਦੋਂ ਉੱਥੇ ਦੁਕਾਨ ਦੇ ਕੋਲ ਗਏ, ਪਹਿਲਾਂ ਉਸ ਜਿਹੜਾ ਮੁੰਡਾ ਸੀਗਾ ਉਹਨੇ ਮਤਲਬ ਉਹਨਾਂ ਨੂੰ ਰੋਕਿਆ ਜਾਂ ਧੱਕਾ ਮੁੱਕੀ ਕੀਤੀ, ਫਿਰ ਅਸੀਂ
ਮਤਲਬ ਉਹਨੂੰ ਮਤਲਬ ਕੁੱਟਮਾਰ ਕੀਤੀ ਆ। ਜਦ ਕਿ ਅਸੀਂ ਉਹਨਾਂ ਦੀ ਨੋਟਿਸ ਵਿੱਚ ਗੱਲ ਦਰੁਸਤ ਕਰਕੇ ਆਏ ਆ, ਉਹਨਾਂ ਨੂੰ ਵੀਡੀਓ ਕਲਿੱਪ ਬਾਰ-ਬਾਰ ਦਿਖਾ ਕੇ ਆਏ ਆ। ਉਹਦੇ ਵਿੱਚ ਸਾਫ਼ ਇਹ ਮਤਲਬ ਦਿਸਦਾ ਕਿ ਪਿੱਛੋਂ ਆ ਕੇ ਜਿਹੜੀ ਭੀੜ ਆਈ ਆ ਨਾ, ਪਿੱਛੋਂ ਆ ਕੇ ਇੱਕ ਬੰਦਾ ਧੱਕਾ ਦੇ ਰਿਹਾ ਵਾ, ਹਿੱਟ ਕਰਦਾ, ਉਸ ਤੋਂ ਬਾਅਦ ਜਿਹੜਾ ਲੜਾਈ ਦਾ ਇਹ ਕਾਰਨ ਬਣਦਾ। ਬਾਕੀ ਐਸਐਸਪੀ ਸਾਹਿਬ ਨੇ 2 ਦਿਨ ਦੇ ਸਮੇਂ ਦੇ ਵਿੱਚ ਜਿਹੜੀ ਅਸੀਂ ਦੂਜੀ ਆਪਣੀ ਜਿਹੜੀ ਐਪਲੀਕੇਸ਼ਨ ਦਿੱਤੀ ਸੀ, ਜਿਹੜੀ ਮਸਜਿਦ ਦੇ ਮੂਹਰੇ ਆ ਕੇ ਜਿਹੜੀ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਸੀ ਜਾਂ ਮੁਸਲਿਮ ਭਾਈਚਾਰੇ ਦੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਸੀਗੀ, ਉਹਦੇ ਬਾਰੇ ਉਹਨਾਂ ਨੇ 2 ਦਿਨ ਦਾ ਸਮਾਂ ਮੰਗਿਆ ਔਰ 2 ਦਿਨ ਦੇ ਵਿੱਚ ਕਹਿੰਦੇ ਅਸੀਂ ਇਹ ਡੀਏ ਲੀਗਲ ਨੂੰ ਜਿਹੜੀ ਇਹ ਰਿਪੋਰਟ ਹੈਗੀ ਆ ਭੇਜ ਦਿੱਤੀ ਆ ਤੇ ਬੜੀ ਜਲਦੀ ਹੀ ਕਾਰਵਾਈ ਹੋ ਜਾਊਗੀ। ਅੱਛਾ, ਤੁਸੀਂ ਕੀ ਮਹਿਸੂਸ ਕੀਤਾ ਪਈ ਉਹ ਕਿਸ ਨਜ਼ਰ ਦੇ ਨਾਲ ਦੇਖਦੇ ਆ? ਇੱਥੇ ਜਿਹੜੀ ਖਾਸ ਕਰਕੇ ਘਟਨਾ ਤੁਸੀਂ ਦੇਖੋ ਵੀਡੀਓ ਸਾਹਮਣੇ ਆ ਨਾ ਜੀ, ਆ ਇੱਥੇ ਬਿਲਕੁਲ ਬਾਹਰ ਖੜੇ ਹੋ ਕੇ ਕਿਸੇ ਦੇ ਵੀ ਧਾਰਮਿਕ ਸਥਾਨ ਦੇ ਮੂਹਰੇ ਖੜੇ ਹੋ ਕੇ ਅਗਲੇ ਨੂੰ ਇਹ ਗੱਲ ਕਹਿਣੀ ਕਿ ਭਾਈ ਤੁਹਾਨੂੰ ਅਸੀਂ ਅੱਲਾਹੂ ਅਕਬਰ ਨਹੀਂ ਕਹਿਣ ਦੇਣਾ, ਜਾਂ ਜਿਸ ਤਰੀਕੇ ਦੇ ਨਾਲ ਤੁਸੀਂ ਆਪਦੇ ਰੱਬ ਨੂੰ ਸੰਬੋਧਿਤ ਹੁੰਦੇ ਹੈਗੇ ਅਸੀਂ ਉਹ ਕਹਿਣ ਨਹੀਂ ਦੇਣਾ ਤੁਹਾਨੂੰ। ਉਹਦੇ ਬਾਬਤ ਜਦੋਂ ਤੁਸੀਂ ਉਹਨਾਂ ਨਾਲ ਗੱਲ ਕੀਤੀ ਕੀ ਮਹਿਸੂਸ ਕੀਤਾ ਕਿ ਐਸਐਸਪੀ ਸਾਹਿਬ ਕੀ ਸੋਚਦੇ ਆ, ਕਿਹੜੀ ਨਜ਼ਰ ਨਾਲ ਦੇਖਦੇ ਆ? ਦੇਖੋ ਜਿਹੜੀ ਦੂਜੀ ਐਪਲੀਕੇਸ਼ਨ ਸੀ ਨਾ ਮਸਜਿਦ ਵਾਲੀ ਜਿਹੜੀ ਗੱਲ ਕਰਦੇ ਆ, ਉਹ ਬਿਲਕੁਲ ਉਹਨਾਂ ਨੇ ਕਿਹਾ ਉਹਦੇ ਉੱਤੇ 295 ਏ ਧਾਰਾ ਜਿਹੜੀ ਹੈਗੀ ਆ ਉਹ ਲੱਗੇਗੀ ਔਰ ਹੋਰ ਵੀ ਜਿਹੜੀਆਂ ਧਾਰਾਵਾਂ ਹੈਗੀਆਂ ਉਹ ਲੱਗੂਗੀਆਂ। ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈਗਾ, ਕਿਉਂਕਿ ਜਿੱਦਾਂ ਪਹਿਲਾਂ ਤੁਸੀਂ ਉਹਨਾਂ ਨੂੰ ਇਦਾਂ ਨਹੀਂ ਪੁੱਛਿਆ ਵੀ ਤੁਸੀਂ ਕਹਿੰਦੇ ਵੀ ਲੱਗੂਗੀ, ਵੀ ਹੁਣ ਤੱਕ ਲੱਗ ਕਿਉਂ ਨਾ ਗਈ? ਕਈ ਦਿਨ ਵਿੱਚ ਉਹਨਾਂ ਇਹ ਜਿਹੜੀ ਐਪਲੀਕੇਸ਼ਨ ਅਸੀਂ 2 ਦਿਨ ਹੋਏ ਆ ਜਿਹੜੀ ਦਿੱਤੀ ਸੀਗੇ, ਉਹਨਾਂ ਨੇ ਅੱਗੇ ਡੀਏ ਲੀਗਲ ਨੂੰ ਜਿਹੜੀ ਭੇਜੀ ਆ। ਡੀਏ ਲੀਗਲ ਦੀ ਰਿਪੋਰਟ ਆਉਣ ਤੇ ਉਹਨਾਂ ਨੇ ਉਹ ਜਿਹੜੀ ਧਾਰਾ ਜਿਹੜੀ ਵੀ ਬਣਦੀ ਧਾਰਾ ਉਹ ਜ਼ਰੂਰ ਲੱਗੂਗੀ। ਉਹਨਾਂ ਨੇ 2 ਦਿਨ ਦਾ ਸਮਾਂ ਦਿੱਤਾ। ਬਾਕੀ ਅਸੀਂ ਸਿੱਖ ਮੁਸਲਿਮ ਦਲਿਤ ਈਸਾਈ ਸਾਂਝੇ ਫਰੰਟ ਵੱਲੋਂ ਜੇ 2 ਦਿਨਾਂ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਐਪਲੀਕੇਸ਼ਨ ਜਿਹੜੀ ਆਪਣੇ ਧਾਰਾ ਜਿਹੜੀ ਨਹੀਂ ਲੱਗਦੀ, ਧਾਰਾ 'ਚ ਜੁਰਮ 'ਚ ਵਾਧਾ ਨਹੀਂ ਹੁੰਦਾ, ਫਿਰ ਅਸੀਂ ਰਲ ਕੇ ਜਿਹੜਾ ਆਪਣੇ ਸਾਂਝੇ ਰੂਪ 'ਚ ਇੱਕ ਪ੍ਰੋਗਰਾਮ ਜਿਹੜਾ ਉਹ ਲਿਖਾਂਗੇ ਸਾਰਿਆਂ ਨਾਲ ਸਲਾਹ ਕਰਕੇ। ਜ਼ਰੂਰ। ਇੱਕ ਸਵਾਲ ਫਰੂਕੀ ਜੀ, ਜਿੱਦਾਂ ਇਹਨਾਂ ਨੇ ਆਖਿਆ ਕਿ ਉਹ ਭੇਜੀ ਗਈ ਹੈਗੀ ਆ ਜੀ ਜਾਂ ਫਲਾਣਾ, ਇਦਾਂ ਹੁੰਦਾ ਹੈ ਭਲਾ? ਡਿਲੇ ਕਰਨ ਦੀ ਇੱਕ ਦੇਖੋ ਇਹ ਜਿਹੜੇ ਉਹ ਹੁੰਦੇ ਨੇ ਤਰੀਕੇ, ਮੈਨੂੰ ਇਹ ਦੱਸੋ ਕਿ ਜੇ ਇੱਕ IPS ਆਫੀਸਰ ਜਿਨ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ ਬਕਾਇਦਾ, ਕੀ ਉਹਨੂੰ ਇੰਨਾ ਲਾਅ ਨਹੀਂ ਪਤਾ ਹੈ ਕਿ ਇਹਦੇ 'ਤੇ ਕਿਹੜੀ ਧਾਰਾ ਬਣਦੀ ਹੈ? ਜੇ ਇੰਨੇ ਸੀਨੀਅਰ ਆਫੀਸਰ ਨੂੰ ਵੀ ਐਸੀ ਘਟਨਾ ਬਾਰੇ ਓਪੀਨੀਅਨ ਦੀ ਲੋੜ ਪੈ ਜਾਵੇ ਤਾਂ ਦੇਖੋ ਜਿਹੜਾ ਪ੍ਰਾਈਮ ਆਫਿਸਰ ਜਿਹੜੀ ਚੀਜ਼ ਆਪਾਂ ਨੂੰ ਦਿਖਦੀ ਅੱਖਾਂ ਦੇ ਸਾਹਮਣੇ ਕਿ ਹਾਂ ਇਹਦੇ ਕਿਹੜੀ ਧਾਰਾ ਬਣਦੀ ਹੈ 295 153 ਏ, ਠੀਕ ਹੈ, ਇਹ ਇਮੀਡੀਏਟਲੀ ਪਰਚਾ ਦਰਜ ਕਰਕੇ ਉਸ ਤੋਂ ਬਾਅਦ ਫਿਰ ਭੇਜ ਦਿੰਦੇ ਵੀ ਹੋਰ ਇਹਦੇ 'ਚ ਕਿਹੜਾ ਵਾਧਾ ਹੋ ਸਕਦਾ। ਜੇ ਨਹੀਂ ਉਹਨਾਂ ਨੂੰ ਕੋਈ ਲੱਗਦਾ ਸੀ ਤਾਂ ਪਹਿਲਾਂ ਪਰਚਾ ਦਰਜ ਕਰਦੇ, ਉਸ ਤੋਂ ਬਾਅਦ ਫਿਰ ਦੁਬਾਰਾ ਕਹਿ ਦਿੰਦੇ ਕਿ ਹਾਂਜੀ ਇਹਦੇ ਵਿੱਚ ਹੋਰ ਦੱਸੋ ਕਿ ਇਸ ਤੋਂ ਵੱਧ ਕੀ ਇਹਦੇ ਵਿੱਚ ਹੋ ਸਕਦਾ। ਮੈਨੂੰ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਐਡੇ ਵੱਡੇ ਅਫਸਰ ਨੂੰ ਨਹੀਂ ਪਤਾ ਹੈਗਾ ਤਾਂ ਉਹਨਾਂ ਨੂੰ ਕਿਸੇ ਦੇ ਕੋਲੋਂ ਹੋਰ ਸਲਾਹ ਲੈਣ ਦੀ, ਡੀਏ ਲੀਗਲ ਦੇ ਕੋਲ ਭੇਜਣ ਦੀ। ਲਾਅ ਐਂਡ ਆਰਡਰ ਦੀ ਐਸੀ ਸਿਚੁਏਸ਼ਨ ਹੋ ਜਾਵੇ ਤਾਂ ਤੁਹਾਡਾ ਇਮੀਡੀਏਟਲੀ ਪਰਚਾ ਦਰਜ ਕਰਨਾ ਬੰਦ ਹੈ ਔਰ ਇਹਨਾਂ ਨੂੰ ਪਤਾ ਵੀ ਕਿਹੜੀ ਧਾਰਾ ਲੱਗਣੀ ਹੈ, ਪਤਾ ਸਾਰਾ ਕੁਝ। ਸਿਰਫ ਉਹ ਡਿਲੇ ਕਰਨ ਵਾਸਤੇ ਕਿ ਮਾਮਲਾ ਸ਼ਾਂਤ ਹੋ ਜਾਵੇ, ਠੰਡਾ ਹੋ ਜਾਵੇ, ਕਿ ਉਹਨਾਂ ਦੋਨਾਂ ਪਾਰਟੀਆਂ ਨੂੰ ਇਹ ਨਹੀਂ ਦੇਖਦੇ ਹੈ ਕਿ ਜੁਰਮ ਕਿਹਨੇ ਕੀਤਾ। ਠੀਕ ਹੈ, ਇੱਕ ਬੰਦਾ ਤਾਕਤ ਦੇ ਵਿੱਚ ਹੈ, ਤਾਦਾਦ ਦੇ ਵਿੱਚ ਜ਼ਿਆਦਾ, ਉਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਮਾਈਨੋਰਿਟੀ ਨੂੰ ਜਾ ਕੇ ਉਹ ਕਰ ਦੂਗਾ। ਠੀਕ ਹੈ, ਉਹਦੇ ਧਰਮ ਦੇ ਉਹਦੇ ਧਾਰਮਿਕ ਕੰਮਾਂ ਦੇ ਵਿੱਚ ਉਹ ਦਖਲ ਅੰਦਾਜ਼ੀ ਕਰੇਗਾ, ਇਹ ਬਿਲਕੁਲ ਗਲਤ ਹੋ ਹੈ। ਇਹਨਾਂ ਨੂੰ ਪਤਾ ਸੀਗਾ ਕਿ ਪਰਚਾ ਦਰਜ ਕਿਹੜੀਆਂ ਧਾਰਾਵਾਂ ਦੇ ਅਧੀਨ ਹੋ ਸਕਦਾ, ਮਗਰ ਉਸ ਦੇ ਬਾਵਜੂਦ ਵੀ ਤਾਂ ਹੀ ਤਾਂ ਸਾਨੂੰ ਇਹ ਸਾਰਾ ਜਿਹੜਾ ਸਸਪੀਸ਼ੀਅਸ ਹੋ ਗਿਆ ਜਿਹੜਾ ਮੈਟਰ ਹੈ ਕਿ ਇਹਦੇ ਵਿੱਚ ਕਿਉਂ ਨਹੀਂ ਹਲੇ ਤੱਕ ਕਾਰਵਾਈ ਹੋਈ, ਤਾਂ ਹੀ ਸਾਨੂੰ ਮਲੇਰਕੋਟਲੇ ਤੋਂ ਇੱਥੇ ਆਉਣਾ ਪਿਆ। ਔਰ ਅਸੀਂ ਤਾਂ ਹੀ ਕਹਿ ਰਹੇ ਹਾਂ ਕਿ ਅਗਰ ਨਹੀਂ ਤੁਸੀਂ ਕਰੋਗੇ ਤਾਂ ਫਿਰ ਸਾਨੂੰ ਪ੍ਰੋਟੈਸਟ ਕਰਨੇ ਪੈਣਗੇ, ਪੰਜਾਬ ਲੈਵਲ ਦੀ ਕਾਲ ਦੇਣੀ ਪਊਗੀ, ਚਾਹੇ ਮਲੇਰਕੋਟਲੇ ਕਰੀਏ ਚਾਹੇ ਇੱਥੇ ਕਰੀਏ, ਕਿਤੇ ਵੀ ਅਸੀਂ ਫਿਰ ਜਦੋਂ ਸਰੇਆਮ ਦਿਖਦਾ ਹੈ ਕਿ ਬੰਦਿਆਂ ਨੇ ਆ ਕੇ ਇੱਥੇ ਧਮਕਾਇਆ ਔਰ ਰੋਕਿਆ ਕਿ ਤੁਸੀਂ ਅੱਲਾਹੂ ਅਕਬਰ ਦੇ ਨਾਅਰੇ ਨਹੀਂ ਲਗਾ ਸਕਦੇ, ਤਾਂ ਇਸ ਤੋਂ ਵੱਧ ਹੋਰ ਪਿੱਛੇ ਰਹਿ ਕੀ ਗਿਆ? ਕਿੱਦਾਂ ਬਰਦਾਸ਼ਤ ਕੀਤਾ ਜਾ ਸਕਦਾ ਜੀ? ਬਿਲਕੁਲ। ਨੋਬਲਜੀਤ ਸਿੰਘ ਜੀ, ਅਖੀਰ ਦੇ ਵਿੱਚ ਕੁਝ ਹੋਰ, ਜਿੱਦਾਂ ਲਵਲੀ ਹੁਣਾਂ ਨੇ ਆਖਿਆ ਕਿ ਆਪਾਂ ਗਏ ਸੀਗੇ ਤੇ ਉਹਨਾਂ ਨੇ 2 ਦਿਨ ਦਾ ਸਮਾਂ ਲਿਆ, ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ? ਦੇਖੋ, ਜਿਹੜੀ ਇਹ ਘਟਨਾ ਦੀ ਬੈਕਗ੍ਰਾਉਂਡ ਆ ਨਾ, ਜਿਹੜਾ ਉਹ ਬੰਦ ਦੀ ਕਾਲ ਦਿੱਤੀ ਸੀ, ਉਹ ਜਿਹੜੀ ਘਟਨਾ ਇੱਕ ਟਾਂਡੇ ਦੇ ਵਿੱਚ ਵਾਪਰੀ ਸੀ ਉਹਨੇ ਨਾਲ ਸੰਬੰਧਿਤ ਸੀਗੀ, ਉਹਦੇ ਸੰਬੰਧਿਤ ਉਹਨਾਂ ਨੇ ਬੰਦੇ ਵੀ ਫੜੇ, ਸਾਰਾ ਕੁਝ ਕੀਤਾ। ਤੇ ਜਿਹੜੀ ਉਹ ਇਨਵੈਸਟੀਗੇਸ਼ਨ ਹੋਈ ਉਹ ਕਿਉਂ ਨਹੀਂ ਪਬਲਿਕਲੀ ਕਰਦੇ ਇਹ ਸਾਰੀ ਗੱਲ ਨੂੰ ਵੀ ਉੱਥੇ ਆ ਨਿਕਲਿਆ, ਕਿਉਂ ਇਹਨਾਂ ਨੂੰ ਬੰਦ ਕਰਨ ਦਾ ਮੌਕਾ ਦਿੰਦੇ ਪਏ ਆ? ਜਿਹੜਾ ਹਿੰਦੂ ਸੰਗਠਨ ਵੀ ਸੀਗੇ, ਜੇ ਉਹਨਾਂ ਦੀਆਂ ਭਾਵਨਾਵਾਂ ਨੂੰ ਸੱਟ ਲੱਗੀ ਆ ਤੇ ਫਿਰ ਉਹ ਸਟੇਟ ਨੂੰ ਕਹਿੰਦੇ ਨਾ, ਉਹ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੰਗ ਕਰਦੇ ਵੀ ਕੀ ਹੋਇਆ ਜਿਹੜੇ ਬੰਦੇ ਫੜੇ ਆ, ਪਰ ਉਹਨਾਂ ਨੇ ਬੰਦ ਕਰਕੇ ਉਹਨਾਂ ਨੇ ਉਹ ਜਿਹੜਾ ਪ੍ਰੈਸ਼ਰ ਆ ਦੂਜੀ ਕਮਿਊਨਿਟੀ ਤੇ ਬਣਾ ਕੇ ਉਹਨਾਂ ਨੂੰ ਟਾਰਗੇਟ ਕੀਤਾ। ਇਹ ਬਿਲਕੁਲ ਗਲਤ ਆ। ਪੰਜਾਬ ਦੇ ਵਿੱਚ ਜਿਹੜੀ ਆ ਇੱਦਾਂ ਦੀ ਜਿਹੜੀ ਫਿਰਕੂਪ੍ਰਸਤ ਜਿਹੜੀ ਸੋਚ ਆ ਉਹ ਨਹੀਂ ਚੱਲੂਗੀ, ਕਿਉਂਕਿ ਇੱਥੇ ਇੱਕ ਜਿਹੜੀ ਗੁਰਾਂ ਦੀ ਸਭ ਨੂੰ ਰਲ ਮਿਲ ਕੇ ਰਹਿਣ ਦੀ ਇੱਕ ਜਿਹੜੀ ਸੋਚ ਆ ਉਹ ਇੱਥੇ ਭਾਰੀ ਆ, ਜਿਹਨੂੰ ਇਹ ਲੋਕ ਅੱਗ ਲਾਉਣਾ ਚਾਹੁੰਦੇ ਆ, ਪਰ ਇਹ ਅਸੀਂ ਅੱਗ ਨਹੀਂ ਲੱਗਣ ਦੇਵਾਂਗੇ ਇੱਥੇ। ਤੇ ਅਸੀਂ ਫਿਰ ਇਹ ਗੱਲ ਅਸੀਂ ਮੁੱਖ ਮੰਤਰੀ ਕੋਲ ਇਹ ਗੱਲ ਦੀ ਡਿਮਾਂਡ ਕਰਦੇ ਵੀ
ਇਸ ਅਜਿਹੇ ਐਸਐਸਪੀ ਨੂੰ ਤੁਰੰਤ ਹਟਾਇਆ ਜਾਵੇ ਤੇ ਜੋ ਬਣਦੀ ਕਾਰਵਾਈ ਆ ਜਿੱਦਾਂ ਸਾਰੀਆਂ ਧਰਾਵਾਂ ਦੱਸੀਆਂ ਆ ਵੀ 295 ਏ 153 ਏ ਇਹ ਸਾਰੀਆਂ ਧਰਾਵਾਂ ਲਾ ਕੇ ਜੇ ਕੋਈ ਹੋਰ ਵੀ ਵਾਧਾ ਹੁੰਦਾ ਉਹ ਦੋਸ਼ੀਆਂ ਨੂੰ ਤੁਰੰਤ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਵੇ। ਸਾਡੇ ਵੱਲੋਂ ਇੱਕ ਮੰਗ ਅਸੀਂ ਜ਼ਰੂਰ ਇਹ ਕਰਾਂਗੇ ਕਿ ਜਿਹੜੇ ਜਿਸ ਚੀਜ਼ ਦੇ ਲਈ ਇਹਨਾਂ ਨੇ ਬੰਦ ਦੀ ਕਾਲ ਦਿੱਤੀ ਸੀ, ਅਗਰ ਉੱਥੇ ਧਾਰਮਿਕ ਭਾਵਨਾਵਾਂ ਹਿੰਦੂ ਸਮਾਜ ਦੀਆਂ ਵੀ ਉੱਥੇ ਆਹਤ ਹੋਈਆਂ ਨੇ ਤਾਂ ਉਹ ਬੰਦਾ ਕਿਸੇ ਵੀ ਧਰਮ ਦਾ ਹੋਵੇ, ਅਸੀਂ ਕਹਿੰਦੇ ਕਿ ਉਹਨੂੰ ਚੱਕ ਕੇ ਤੁਸੀਂ ਫਾਂਸੀ ਤੇ ਟੰਗ ਦਿਓ। ਅਸੀਂ ਕਹਿੰਦੇ ਅਸੀਂ ਤੁਹਾਡੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ, ਅਸੀਂ ਕਰਦੇ ਹਾਂ। ਅਗਰ ਉੱਥੇ ਕਿਤੇ ਗौ ਹੱਤਿਆ ਹੋਈ ਹੈ ਤਾਂ ਸਾਨੂੰ ਉਸ ਤੋਂ ਜ਼ਿਆਦਾ ਅਫਸੋਸ ਹੈ ਉਸ ਚੀਜ਼ ਦਾ। ਅਸੀਂ ਖੁਦ ਕਾਰਵਾਈ ਦੀ ਮੰਗ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ, ਜਿੱਥੇ ਵੀ ਸਾਡੀ ਆਵਾਜ਼ ਪਹੁੰਚਦੀ ਹੈ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਕਿਸੇ ਨੂੰ ਬਖਸ਼ਿਆ ਨਾ ਜਾਵੇ, ਕਿਸੇ ਵੀ ਧਰਮ ਦੇ ਉਹਨਾਂ ਨੂੰ ਸਰਿਆਮ ਮੈਂ ਕਹਿੰਦਾ ਤੁਸੀਂ ਫਾਂਸੀ ਦੇ ਟੰਗੋ, ਚਾਹੇ ਸਾਨੂੰ ਕੋਈ ਦਿੱਕਤ ਨਹੀਂ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਵੀ ਇਹ ਸਾਰੀਆਂ ਘਟਨਾਕ੍ਰਮ ਦੇ ਵਿੱਚ ਜਿਹੜੀਆਂ ਖੂਫੀਆ ਏਜੰਸੀਆਂ ਉਹ ਕੀ ਕਰ ਰਹੀਆਂ ਆ, ਐਸਐਸਪੀ ਕੋ ਹਰ ਪਲ ਪਲ ਦੀ ਜਿਹੜੀ ਆ ਉਹ ਖਬਰ ਹੁੰਦੀ ਆ ਤੇ ਫਿਰ ਉਹ ਕੀ ਕਰ ਰਹੀਆਂ ਆ, ਦੋਨੇ ਘਟਨਾਵਾਂ ਜਿਹੜੀਆਂ ਵਾਪਰੀਆਂ, ਜਿਹੜੀ ਡਾਕਟਰ ਨੂੰ ਉਹਨਾਂ ਨੇ ਸੱਟਾਂ ਮਾਰੀਆਂ ਤੇ ਜਿਹੜਾ ਉਹਨਾਂ ਨੇ ਇਹ ਮਸਜਿਦ ਦੇ ਬਾਹਰ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਦੋਨੇ ਜਗ੍ਹਾ ਤੇ ਪੁਲਿਸ ਮੌਜੂਦ ਸੀ। ਤੁਸੀਂ ਇਹ ਦੱਸੋ ਵੀ ਉਹ ਮੁੰਡੇ ਦੇ ਉੱਥੇ ਸੱਟ ਲੱਗੀ ਡਾਕਟਰ ਦੇ, ਉੱਥੇ ਦੀ ਜਿਹੜਾ ਉੱਥੇ ਪੁਲਿਸ ਵਾਲੇ ਕੀ ਉਹਨਾਂ ਨੇ ਉਹਨੂੰ ਇਹ ਮਤਲਬ 100 ਜਿਹੜੀ 8 ਐਂਬੂਲੈਂਸ 'ਚ ਉਹ ਪਹੁੰਚਾਇਆ, ਉਹਨਾਂ ਤੇ ਉਹਨੂੰ ਛੱਡਤਾ, ਉਹ ਉਹਨਾਂ ਦੇ ਨਾਲ ਨਿਕਲ ਗਏ। ਇਹ ਕਿਹੋ ਜਿਹੀ ਪੁਲਿਸ ਆ? ਇਹ ਪੁਲਿਸ ਵੀ ਟਾਰਗੇਟ ਤੇ ਆ ਨਾ, ਵੀ ਇਹ ਕਿਹੋ ਜਿਹੀ ਪੁਲਿਸ ਆ? ਕਿ ਇਹ ਆਪ ਫਸਾਦ ਕਰਾਉਣਾ ਚਾਹੁੰਦੇ ਆ? ਤੇ ਜੇ ਚਾਹੁੰਦੇ ਆ ਤੇ ਫਿਰ ਜਿਹੜੀ ਨਵੀਂ ਬਣੀ ਸਰਕਾਰ ਆ, ਜਿਹੜਾ ਮੁੱਖ ਮੰਤਰੀ ਆ, ਉਹਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ। ਵਾਕਈ ਜ਼ਰੂਰ। ਸੋ ਅਖੀਰ ਦੇ ਵਿੱਚ ਮੈਂ ਵੀ ਇੱਕ ਪੱਤਰਕਾਰ ਹੋਣ ਦੇ ਨਾਤੇ ਜ਼ਰੂਰ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਜਿਹੜੇ ਹੁਣ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਉਹ ਇਹ ਗੱਲ ਕਹਿੰਦੇ ਆ ਕਿ ਮੈਂ ਆਪਣੇ ਸਾਰੇ ਅਫਸਰਾਂ ਨੂੰ ਕਹਿੰਦਾ, ਕੇਜਰੀਵਾਲ ਜੀ ਵੀ ਕਹਿੰਦੇ ਹੈਗੇ ਆ ਕਿ ਅਸੀਂ ਸਾਰਿਆਂ ਨੂੰ ਕਹਿੰਦੇ ਆ, ਆਪਣੇ ਮੰਤਰੀਆਂ ਨੂੰ ਵੀ ਕਹਿੰਦੇ ਆ ਕਿ ਜੇ ਭ੍ਰਿਸ਼ਟਾਚਾਰ ਜੇ ਤੁਸੀਂ ਫੈਲਾਇਆ ਜਾਂ ਤੁਹਾਡੇ ਹਾਜ਼ਰੀ ਵਿੱਚ ਆ ਫੈਲਿਆ ਤਾਂ ਅਸੀਂ ਮੰਤਰੀ ਮੰਡਲ ਜਿਹੜਾ ਹੈਗਾ ਉਹ ਭੰਗ ਕਰਕੇ ਤੇ ਬਦਲ ਦਿਆਂਗੇ, ਅਸੀਂ ਮੰਤਰੀ ਵੀ ਬਦਲ ਦਿਆਂਗੇ। ਸੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਆ ਜਿਸ ਕਿਸਮ ਦੀਆਂ ਹਰਕਤਾਂ ਹੋ ਰਹੀਆਂ ਨੇ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਹਰਟ ਕਰਨਾ, ਕੀ ਤੁਸੀਂ ਇਹਦੇ ਲਈ ਵੀ ਵਚਨਬੱਧ ਹੋ ਕੇ ਆਪਾਂ ਆਹ ਕੁਝ ਵੀ ਨਹੀਂ ਹੋਣ ਦਿਆਂਗੇ? ਕਿ ਜਿਹੜੇ ਤੁਹਾਡੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਫੀਸਰ ਹੈਗੇ ਨੇ, ਕਿ ਕਿੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਹ ਮੁਕੱਦਮਾ ਦਰਜ ਨਾ ਕਰਨ, ਕੀ ਤੁਸੀਂ ਇਹ ਗੱਲ ਵੀ ਹਜ਼ਮ ਕਰ ਜਾਣਾ ਚਾਹੁੰਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਇਹ ਚੀਜ਼ਾਂ ਵਾਜਬ ਨਹੀਂ? ਸੋ ਦੇਖਦੇ ਹਾਂ, ਹੁਣ 2 ਦਿਨ ਦਾ ਸਮਾਂ ਲਿਆ ਗਿਆ ਹੈਗਾ, 2 ਦਿਨ ਬਾਅਦ ਮੁਕੱਦਮਾ ਦਰਜ ਹੁੰਦਾ ਜਾਂ ਫਿਰ ਜਿਹੜੇ ਘੱਟ ਗਿਣਤੀ ਕੌਮਾਂ ਦੇ ਲੋਕ ਹੈਗੇ ਨੇ ਉਹਨਾਂ ਨੂੰ ਸੰਘਰਸ਼ ਦੇ ਰਾਹੇ ਪੈਣਾ ਪੈਂਦਾ। ਸੋ ਇਹ ਜਿਹੜਾ ਹੈਗਾ 2 ਦਿਨ ਬਾਅਦ ਦੇਖਣਾ ਹੋਊਗਾ। ਬਹੁਤ ਬਹੁਤ ਧੰਨਵਾਦ ਜੀ।